ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਜੀ ਕਿ ਜੇਕਰ ਤੁਸੀਂ ਉਸ ਸਮੇਂ ਤੱਕ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਰੋਜ਼ਾਨਾ ਕਰੋਗੇ ਤਾਂ ਤੁਹਾਡੀ ਮਾੜੀ ਤੋਂ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਵੇਗੀ। ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ। परमात्मा जी की मेहर ते नज़र हमेशा दे लई तुहाडे सिर ते बन जावेगी। सो वीडियो नूं शुरू करन तो पहला कमेंट बॉक्स दे विच सतनाम वाहिगुरू जी लिख के हाज़री लगवाउणा जी, ताकि परमात्मा जी की किरपा हमेशा दे लई तुहाडे सिर ते बन जावे। सो वीडियो नूं शुरू करदे हां। साध संगत जी, महापुरख जी समझाउंदे होए कह दिंदे हन कि माड़ी तो माड़ी किस्मत वाला मनुख भी ਅੰਮ੍ਰਿਤ ਵੇਲੇ ਉੱਠ ਕੇ ਜੇਕਰ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਉਹਦੀ ਮਾੜੀ ਤੋਂ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਵੇਗੀ, ਉਸ ਦਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ। ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ, ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਨ ਵਾਲੇ ਹਾਂ ਜੀ। ਸਾਧ ਸੰਗਤ ਜੀ, ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਸਾਧ ਸੰਗਤ ਜੀ, ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਬਦਲਾਵ ਆ ਸਕਦਾ ਹੈ, ਆਓ ਜੀ ਅੱਜ ਦੀ ਵੀਡੀਓ ਵਿੱਚ ਸਭ ਜਾਣਦੇ ਹਾਂ। ਇਦਾਂ ਹੀ ਕਹਿੰਦੇ ਕਿ ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ। ਉਹ ਫਕੀਰ ਜੀ ਨੇ ਪਿੰਡ ਦੇ ਬਾਹਰ ਇੱਕ ਕੁਟੀਆ ਬਣਾ ਲਈ। ਕੁਟੀਆ ਦੇ ਵਿੱਚ ਰਹਿਣ ਲੱਗੇ। ਕਹਿੰਦੇ ਕਿ ਉਹ ਸੰਤ ਫਕੀਰ ਜੀ ਹਰ ਵੇਲੇ ਰੱਬ ਦਾ ਨਾਮ ਜਪਦੇ ਰਹਿੰਦੇ ਅਤੇ ਜੋ ਵੀ ਮਨੁੱਖ ਉਹਨਾਂ ਦੇ ਕੋਲ ਆਉਂਦਾ ਉਹਦੀ ਮੁਸ਼ਕਿਲ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ। ਕਹਿੰਦੇ ਕੋਈ ਵੀ ਮਨੁੱਖ ਆਪਣੇ ਪਰੇਸ਼ਾਨੀ ਲੈ ਕੇ ਆਉਂਦਾ ਤਾਂ ਉਹ ਸੰਤ ਜੀ ਹਰੇਕ ਨੂੰ ਕਹਿੰਦੇ, ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ। ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ। ਕਹਿੰਦੇ ਉਹ ਸੰਤ ਜੀ ਜਿਸ ਕੁਟੀਆ ਦੇ ਵਿੱਚ ਰਹਿੰਦੇ ਸਨ, ਉਹ ਕੁਟੀਆ ਦੇ ਕੋਲ ਇੱਕ ਦਰਖਤ ਸੀ। ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਦੇ ਨਾਲ ਬਚਨ ਕਰਿਆ ਕਰਦੇ ਸਨ। ਕਹਿੰਦੇ ਕਿ ਉਹ ਦਰਖਤ ਉੱਤੇ ਕਈ ਤਰ੍ਹਾਂ ਦੇ ਪੰਛੀ ਵੀ ਰਹਿੰਦੇ ਸਨ, ਜੋ ਕਿ ਸੰਤ ਜੀ ਦੀਆਂ ਗੱਲਾਂ ਨੂੰ ਸੁਣ ਕੇ ਬੜੇ ਹੀ ਧਿਆਨ ਦੇ ਨਾਲ ਆਨੰਦ ਮਾਣਦੇ ਸਨ। ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਉਹਨਾਂ ਪੰਛੀਆਂ ਨੂੰ ਚੋਗਾ ਪਾਉਂਦੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ, ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਅਤੇ ਪੰਛੀ ਸੰਤ ਜੀ ਦੀਆਂ ਗੱਲਾਂ ਨੂੰ ਸਮਝ ਲੈਂਦੇ ਸਨ। ਇਸ ਕਰਕੇ ਉਹ ਪੰਛੀਆਂ ਦੇ ਨਾਲ ਵੀ ਕਾਫੀ ਸਮਾਂ ਬਿਤਾਉਂਦੇ ਰਹਿੰਦੇ। ਤੇ ਕਹਿੰਦੇ ਇੱਕ ਦਿਨ ਇੱਕ ਪੰਛੀ, ਇੱਕ ਚਿੜੀ ਨੇ ਸੰਤ ਜੀ ਨੂੰ ਪੁੱਛਿਆ, ਸੰਤ ਜੀ ਤੁਸੀਂ ਜਦੋਂ ਇਸ ਪਿੰਡ ਦੇ ਵਿੱਚ ਆਏ ਹੋ, ਤੁਹਾਡੇ ਕੋਲ ਜੋ ਵੀ ਆ ਜਾਂਦਾ ਹੈ ਤੁਸੀਂ ਉਸ ਨੂੰ ਕਹਿੰਦੇ ਹੋ ਕਿ ਅੰਮ੍ਰਿਤ ਵੇਲੇ ਉੱਠੋ। ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਹੈ, ਤੁਸੀਂ ਹਰ ਇੱਕ ਨੂੰ ਇੰਜ ਹੀ ਕਿਉਂ ਕਹਿ ਦਿੰਦੇ ਹੋ? ਤਾਂ ਸੰਤ ਜੀ ਨੇ ਕਿਹਾ, ਚਿੜੀਏ ਅੰਮ੍ਰਿਤ ਵੇਲੇ ਦੇ ਵਿੱਚ ਬੜੀ ਤਾਕਤ ਹੈ। ਕੋਈ ਮਨੁੱਖ ਇਸ ਵੇਲੇ ਦੇ ਵਿੱਚ ਸਿਰਫ ਉੱਠਣਾ ਸ਼ੁਰੂ ਕਰ ਦੇਵੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਵੀ ਕਰਨੇ ਸ਼ੁਰੂ ਕਰ ਦੇਵੇ, ਭਾਵੇਂ ਕਿਸੇ ਮਨੁੱਖ ਦੀ ਜ਼ਿੰਦਗੀ ਜਿੰਨੀ ਮਰਜ਼ੀ ਮਾੜੀ ਉਸਦੀ ਕਿਸਮਤ ਹੋਵੇ, ਉਹ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਂਦੀ ਹੈ। ਕਿਸਮਤ ਫਿਰ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਤੇ ਕਹਿੰਦੇ ਕਿ ਉਸ ਚਿੜੀ ਨੇ ਪੁੱਛਿਆ, ਸੰਤ ਜੀ ਤੁਸੀਂ ਕਿਹੜੇ ਦੋ ਕੰਮਾਂ ਬਾਰੇ ਗੱਲ ਕਰ ਰਹੇ ਹੋ, ਸਾਨੂੰ ਵੀ ਤਾਂ ਸਮਝਾਓ। ਸੰਤ ਜੀ ਨੇ ਕਿਹਾ, ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ। ਇਹ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਾਰੇ ਹੀ ਸਵਾਲਾਂ ਦੇ ਜਵਾਬ ਮਿਲ ਜਾਣਗੇ। ਸੰਤ ਜੀ ਨੇ ਕਿਹਾ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਉਹ ਪਰਿਵਾਰ ਦੇ ਵਿੱਚ ਉਹਦਾ ਇੱਕ ਇਕਲੌਤਾ ਪੁੱਤਰ, ਜਿਹਦੇ ਤੋਂ ਉਹਨਾਂ ਨੂੰ ਬੜੀਆਂ ਹੀ ਆਸਾਂ ਤੇ ਉਮੀਦਾਂ ਸਨ। ਉਹਨਾਂ ਦਾ ਪੁੱਤਰ ਚੰਗਾ ਪੜ੍ਹਿਆ ਲਿਖਿਆ ਤੇ ਨੇਕ ਦਿਲ ਇਨਸਾਨ ਸੀ, ਪਰ ਇੱਕ ਉਸਦੀ ਮਾੜੀ ਆਦਤ ਸੀ, ਉਹ ਜਲਦੀ ਨਹੀਂ ਸੀ ਉੱਠ ਪਾਉਂਦਾ, ਹਮੇਸ਼ਾ ਹੀ ਲੇਟ ਉੱਠਦਾ। ਉਹਦੇ ਦਿਨ ਦੀ ਸ਼ੁਰੂਆਤ ਵੀ ਲੇਟ ਹੁੰਦੀ ਸੀ। ਕਹਿੰਦੇ ਉਹਦੀ ਇਸ ਮਾੜੀ ਆਦਤ ਤੋਂ ਉਹਦੇ ਪਰਿਵਾਰ ਵਾਲੇ ਬੜੇ ਪਰੇਸ਼ਾਨ ਸਨ। ਕਹਿੰਦੇ ਕਿ ਇਹ ਆਦਤ ਉਹਦੀ ਬਚਪਨ ਤੋਂ ਸੀ, ਪਰ ਬਚਪਨ ਦੇ ਵਿੱਚ ਤਾਂ ਮਾਤਾ ਪਿਤਾ ਨੂੰ ਲੱਗਿਆ ਕਿ ਕੋਈ ਗੱਲ ਨਹੀਂ, ਜਦੋਂ ਵੱਡਾ ਹੋਵੇਗਾ ਤਾਂ ਇਹਦੀ ਆਦਤ ਛੁੱਟ ਜਾਵੇਗੀ। ਪਰ ਕਹਿੰਦੇ ਸਮੇਂ ਦੇ ਨਾਲ ਨਾਲ ਉਸਦੀ ਇਹ ਆਦਤ ਪੱਕ ਗਈ। ਕਹਿੰਦੇ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਿਆ ਸੀ, ਬੜਾ ਹੀ ਲੇਟ ਉੱਠਦਾ ਸੀ। ਕਹਿੰਦੇ ਕਿ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਮੇਂ ਸਿਰ ਨਹੀਂ ਸੀ ਕਰ ਪਾਉਂਦਾ, ਸਹੀ ਤਰੀਕੇ ਦੇ ਨਾਲ ਨਹੀਂ ਸੀ ਕਰਦਾ। ਇਸ ਕਰਕੇ ਉਸਦੇ ਸੁਭਾਅ ਵਿੱਚ ਚਿੜਚਿੜਾਪਨ ਆ ਗਿਆ ਸੀ। ਉਹ ਕਿਸੇ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਵੀ ਨਹੀਂ ਸੀ ਕਰਦਾ।
ਹਰ ਵੇਲੇ ਖਿਜਿਆ ਰਹਿੰਦਾ ਤੇ ਕਾਲਾ ਪਿਆ ਰਹਿੰਦਾ। ਕਹਿੰਦੇ ਕਿ ਉਹਦੇ ਪਿਤਾ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹਦੇ ਅੰਦਰ ਇਹ ਸਾਰੇ ਬਦਲਾਵ ਇਸ ਦੀ ਇਹ ਮਾੜੀ ਆਦਤ ਕਰਕੇ ਆਏ ਹਨ। ਇਹ ਤਾਂ ਦਿਨੋਂ ਦਿਨ ਹੁਣ ਆਲਸੀ ਹੀ ਬਣਦਾ ਜਾ ਰਿਹਾ ਹੈ ਅਤੇ ਆਲਸ ਕਰਕੇ ਇਹਦਾ ਸਰੀਰ ਵੀ ਇਸ ਦਾ ਸਾਥ ਨਹੀਂ ਦੇ ਰਿਹਾ। ਇਹ ਕਿਸੇ ਵੀ ਕੰਮ ਨੂੰ ਹੁਣ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ। ਕਹਿੰਦੇ ਕਿ ਪਿਤਾ ਜੀ ਨੇ ਬਹੁਤ ਵਾਰ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪੁੱਤਰ ਇਹ ਤੇਰਾ ਆਲਸ ਦਾ ਜਿਹੜਾ ਕਾਰਨ ਹੈ ਕਾਮਯਾਬੀ ਦੇ ਰਾਹ ਵਿੱਚ ਰੋੜਾ ਬਣ ਜਾਵੇਗਾ। ਇਸ ਕਰਕੇ ਤੂੰ ਉਦਮੀ ਨਹੀਂ ਬਣੇਗਾ। ਇਸ ਕਰਕੇ ਤੂੰ ਵੀ ਉਦਮੀ ਬਣ। ਆਪਣੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਕਰਿਆ ਕਰ। ਆਪਣੇ ਕੰਮ ਪਹਿਲਾਂ ਕਰ ਲਿਆ ਕਰ ਤੇ ਸਹੀ ਸਮੇਂ ਤੇ ਕਰਿਆ ਕਰ। ਪਰ ਕਹਿੰਦੇ ਕਿ ਇਹ ਲੜਕੇ ਦੇ ਉੱਪਰ ਆਪਣੇ ਪਿਤਾ ਦੀ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਹੋਇਆ। ਹੁਣ ਇਹ ਲੜਕੇ ਨੂੰ ਜਦੋਂ ਵੀ ਕੋਈ ਸਮਝਾਉਂਦਾ ਉਹ ਗੁੱਸਾ ਕਰ ਲੈਂਦਾ। ਇਸ ਕਰਕੇ ਇਹਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ, ਦੋਸਤਾਂ ਮਿੱਤਰਾਂ ਤੋਂ ਵੱਖ ਕਰ ਲਿਆ। ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਾ। ਹਰ ਵੇਲੇ ਮੰਜੇ ਤੇ ਲੰਮਾ ਪਿਆ ਰਹਿੰਦਾ ਤੇ ਬਸ ਸੋਚਦਾ ਰਹਿੰਦਾ। ਕਹਿੰਦੇ ਕਿ ਇਸ ਦੀ ਇਹ ਹਾਲਤ ਵੇਖ ਕੇ ਇਸ ਦੇ ਪਰਿਵਾਰ ਦੇ, ਇਸ ਦੇ ਪਿਤਾ ਜੀ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ। ਕਹਿੰਦੇ ਕਿ ਇੱਕ ਦਿਨ ਲੜਕੇ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਭਜਨ ਬੰਦਗੀ ਕਰਨ ਵਾਲੇ ਸੰਤ ਫਕੀਰ ਜੀ ਆਏ ਹਨ। ਉਹ ਹਰ ਇੱਕ ਬੰਦੇ ਦੀ ਮੁਸ਼ਕਿਲ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ ਹਨ। ਤੇ ਕਹਿੰਦੇ ਕਿ ਲੜਕੇ ਦੇ ਪਿਤਾ ਜੀ ਨੇ ਇਹ ਵੀ ਉਸ ਸੰਤ ਫਕੀਰ ਜੀ ਦੇ ਕੋਲ ਚਲੇ ਗਏ। ਜਾ ਕੇ ਆਪਣੇ ਬੱਚੇ ਦੇ ਬਾਰੇ ਸੰਤ ਜੀ ਨੂੰ ਦੱਸ ਦਿੱਤਾ। ਸੰਤ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਕਿਹਾ, ਪੁੱਤਰ ਤੇਰੀ ਸਮੱਸਿਆ ਤਾਂ ਸੱਚਮੁੱਚ ਬੜੀ ਗੰਭੀਰ ਹੈ, ਪਰ ਤੂੰ ਫਿਕਰ ਨਾ ਕਰ। ਅਸੀਂ ਤੇਰੀ ਮੁਸ਼ਕਿਲ ਪਰੇਸ਼ਾਨੀ ਦਾ ਹੱਲ ਤੈਨੂੰ ਜ਼ਰੂਰ ਕਰ ਦੇਵਾਂਗੇ, ਪਰ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ। ਉਹ ਪਿਤਾ ਨੇ ਕਿਹਾ, ਸੰਤ ਜੀ ਇਹ ਕੰਮ ਕਰਨਾ ਬੜਾ ਔਖਾ ਹੈ। ਚਲੋ ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਆਪਣੇ ਲੜਕੇ ਨੂੰ ਤੁਹਾਡੇ ਕੋਲ ਲਿਆਉਣ ਦੀ। ਕਹਿੰਦੇ ਕਿ ਸੰਤ ਜੀ ਨੇ ਪੂਰਾ ਯਕੀਨ ਦਿਵਾਇਆ ਕਿ ਤੂੰ ਇੱਕ ਵਾਰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ, ਫਿਰ ਤੂੰ ਫਿਕਰ ਨਾ ਕਰੀ, ਬਾਕੀ ਸਾਰੀ ਫਿਕਰ ਸਾਡੇ ਤੇ ਛੱਡ ਦੇ। ਅਸੀਂ ਤੇਰੇ ਆਲਸੀ ਪੁੱਤਰ ਨੂੰ ਇੱਕਦਮ ਉਦਮੀ ਬਣਾ ਕੇ ਛੱਡਾਂਗੇ। ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਕਿ ਮੈਂ ਇੱਕਦਮ ਸਹੀ ਜਗ੍ਹਾ ਤੇ ਆਇਆ ਹਾਂ। ਇਸ ਕਰਕੇ ਪੂਰੇ ਹੀ ਵਿਸ਼ਵਾਸ ਦੇ ਨਾਲ ਆਪਣੇ ਘਰ ਦੇ ਵਿੱਚ ਗਿਆ ਤੇ ਜਾ ਕੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰ ਤੇਰਾ ਇਸ ਮੰਜੇ ਦੇ ਉੱਤੇ ਲੰਮੇ ਪਿਆ ਨਹੀਂ ਸਰਨਾ। ਤੈਨੂੰ ਕੋਈ ਨਾ ਕੋਈ ਕੰਮਕਾਰ ਤੇ ਕਰਨਾ ਹੀ ਪੈਣਾ ਹੈ। ਤੂੰ ਆਪਣੇ ਦੋਸਤਾਂ ਮਿੱਤਰਾਂ ਵੱਲ ਵੇਖ, ਤੇਰੇ ਸਾਰੇ ਦੋਸਤ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਚੁੱਕੇ ਹਨ। ਪੁੱਤਰ ਤੂੰ ਸੱਚਮੁੱਚ ਸੱਚ ਦੱਸ ਕਿ ਤੂੰ ਆਪਣੇ ਦੋਸਤਾਂ ਮਿੱਤਰਾਂ ਵਾਂਗ ਸਫਲ ਨਹੀਂ ਹੋਣਾ ਚਾਹੁੰਦਾ। ਤਾਂ ਕਹਿੰਦੇ ਉਸ ਲੜਕੇ ਨੇ ਕਿਹਾ, ਪਿਤਾ ਜੀ ਮੈਂ ਵੀ ਆਪਣੇ ਦੋਸਤਾਂ ਵਾਂਗ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਹਾਂ। ਮੈਂ ਵੀ ਕੋਈ ਕੰਮ ਧੰਦਾ ਸ਼ੁਰੂ ਕਰਨਾ ਚਾਹੁੰਦਾ ਹਾਂ, ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ, ਪਰ ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛ ਕੇ ਥੱਕ ਗਿਆ ਹਾਂ। ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਂ ਵਾਰ-ਵਾਰ ਉਹਨਾਂ ਨੂੰ ਪੁੱਛਿਆ, ਮੈਨੂੰ ਆਪਣੀ ਸਫਲਤਾ ਦਾ ਰਾਜ਼ ਦੱਸੋ, ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ। ਇਸ ਕਰਕੇ ਮੈਂ ਉਹਨਾਂ ਦੇ ਨਾਲ ਹੁਣ ਬੋਲਚਾਲ ਹੀ ਬੰਦ ਕਰ ਦਿੱਤਾ ਹੈ। ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਨੇ ਕਿਹਾ, ਪੁੱਤਰ ਮੈਨੂੰ ਪਤਾ ਹੈ ਤੇਰੇ ਦੋਸਤ ਮਿੱਤਰਾਂ ਦੀ ਕਾਮਯਾਬੀ ਦਾ ਮੰਤਰ। ਉਹ ਲੜਕੇ ਦੇ ਪਿਤਾ ਜੀ ਨੇ ਉਹ ਸਾਧੂ ਜੀ ਬਾਰੇ ਦੱਸਿਆ ਕਿ ਤੂੰ ਉਸ ਸਾਧੂ ਜੀ ਦੇ ਕੋਲ ਜਾ, ਉਹ ਤੇਰੀ ਸਫਲਤਾ ਦਾ ਮੰਤਰ ਤੈਨੂੰ ਦੱਸ ਦੇਣਗੇ। ਪਰ ਫਿਰ ਉਹਦੇ ਪਿਤਾ ਜੀ ਚੁੱਪ ਕਰ ਗਏ ਤੇ ਕਹਿਣ ਲੱਗੇ, ਪੁੱਤਰ ਉਹਨਾਂ ਦੇ ਕੋਲ ਤੂੰ ਜਾ ਸਕਦਾ ਹੈ। ਲੜਕੇ ਨੇ ਕਿਹਾ, ਪਿਤਾ ਜੀ ਕੀ ਗੱਲ ਹੈ, ਮੈਂ ਕਿਉਂ ਨਹੀਂ ਜਾ ਸਕਦਾ? ਤਾਂ ਪਿਤਾ ਨੇ ਕਿਹਾ, ਕਿਉਂਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਹੈ, ਜਦੋਂ ਤੂੰ ਉੱਠਦਾ ਨਹੀਂ ਹੈ। ਉਦੋਂ ਉਹਨਾਂ ਨੂੰ ਮਿਲਣ ਦਾ ਸਮਾਂ ਹੁੰਦਾ ਹੈ, ਫਿਰ ਜਲਦੀ ਹੀ ਖਤਮ ਵੀ ਹੋ ਜਾਂਦਾ ਹੈ। ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਮਿਲਦੇ ਹਨ। ਤਾਂ ਲੜਕੇ ਨੇ ਕਿਹਾ, ਪਿਤਾ ਜੀ ਕੋਈ ਗੱਲ ਨਹੀਂ, ਮੈਂ ਅੱਜ ਸਾਰੀ ਰਾਤ ਨਹੀਂ ਸੌਵਾਂਗਾ ਤੇ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਮੈਂ ਉੱਠ ਕੇ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ। ਲੜਕੇ ਦੇ ਪਿਤਾ ਜੀ ਨੇ ਕਿਹਾ, ਚਲੋ ਠੀਕ ਹੈ ਪੁੱਤਰ, ਜੇ ਤੂੰ ਇਹ ਕੰਮ ਕਰ ਲਵੇਂਗਾ ਤਾਂ ਤੇਰੇ ਲਈ ਚੰਗਾ ਹੋਵੇਗਾ। ਕਹਿੰਦੇ ਲੜਕਾ ਸਾਰੀ ਰਾਤ ਜਾਗਦਾ ਰਿਹਾ, ਪਰ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਉਸ ਦੀ ਮਾੜੀ ਕਿਸਮਤ ਕਿ ਉਸ ਨੂੰ ਨੀਂਦ ਆ ਗਈ। ਉਹ ਫਿਰ ਸੌਂ ਗਿਆ ਤੇ ਲੇਟ ਉੱਠਿਆ ਤੇ ਉਸ ਨੂੰ ਬੜਾ ਪਛਤਾਵਾ ਹੋਇਆ, ਆਪਣੇ ਆਪ ਤੇ ਗੁੱਸਾ ਆਇਆ। ਉੱਪਰੋਂ ਉਹਦੇ ਪਿਤਾ ਜੀ ਨੇ ਆ ਕੇ ਕਹਿ ਦਿੱਤਾ, ਪੁੱਤਰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਕਿਸੇ ਵੀ ਕੰਮ ਦਾ ਨਹੀਂ ਹੈ, ਤੂੰ ਨਹੀਂ ਕਰ ਪਾਵੇਂਗਾ, ਤੇਰੇ ਤੋਂ ਉੱਠਿਆ ਹੀ ਨਹੀਂ ਜਾਣਾ। ਪਰ ਕਹਿੰਦੇ ਕਿ ਉਸ ਵੇਲੇ ਲੜਕੇ ਦੇ ਮਨ ਵਿੱਚ ਪੱਕਾ ਧਾਰ ਲਿਆ, ਹੁਣ ਜੋ ਮਰਜ਼ੀ ਹੋ ਜਾਵੇ,
ਹੁਣ ਤਾਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਵਿਖਾਵਾਂਗਾ। ਕੱਲ ਨੂੰ ਮੈਂ ਅੰਮ੍ਰਿਤ ਵੇਲੇ ਦੇ ਵਿੱਚ ਉਸ ਸਾਧੂ ਸੰਤ ਫਕੀਰ ਜੀ ਦੇ ਕੋਲ ਚਲਿਆ ਜਾਵਾਂਗਾ, ਆਪਣੀ ਸਫਲਤਾ ਦਾ ਮੰਤਰ ਲੈ ਕੇ ਆਵਾਂਗਾ। ਕਹਿੰਦੇ ਅੱਜ ਰਾਤ ਨੂੰ ਜਲਦੀ ਹੀ ਭੋਜਨ ਪ੍ਰਸ਼ਾਦਾ ਛਕ ਕੇ ਸੌਂ ਗਿਆ। ਨਾਲ ਹੀ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ, ਮਾਤਾ ਜੀ ਮੈਨੂੰ ਸਵੇਰੇ ਜਲਦੀ ਉਠਾ ਦਿਓ, ਸਮਾਂ ਸੈੱਟ ਕਰ ਦਿਓ। ਕਹਿੰਦੇ ਕਿ ਅੱਜ ਜ਼ਿੰਦਗੀ ਦਾ ਪਹਿਲਾ ਦਿਨ ਸੀ। ਜਦੋਂ ਉਹ ਸਵੇਰੇ 3 ਵਜੇ ਉੱਠਿਆ, ਬੜਾ ਹੀ ਖੁਸ਼ ਹੋਇਆ। ਇੰਜ ਲੱਗਾ ਜਿਵੇਂ ਉਸਨੇ ਜ਼ਿੰਦਗੀ ਦੀ ਕੋਈ ਜੰਗ ਜਿੱਤ ਲਈ ਹੋਵੇ। ਪਹਿਲਾ ਕੰਮ, ਪਹਿਲੀ ਜੰਗ ਉਹ ਜਿੱਤ ਚੁੱਕਾ ਸੀ। ਕਹਿੰਦੇ ਕਿ ਖੁਸ਼ੀ-ਖੁਸ਼ੀ ਗਿਆ ਤੇ ਇਸ਼ਨਾਨ ਕੀਤਾ, ਸੰਤ ਜੀ ਦੇ ਕੋਲ ਪਹੁੰਚ ਗਿਆ। ਸੰਤ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ, ਸੰਤ ਜੀ ਮੈਨੂੰ ਮੇਰੇ ਪਿਤਾ ਨੇ ਭੇਜਿਆ ਹੈ, ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ। ਸੰਤ ਜੀ ਨੇ ਕਿਹਾ, ਪੁੱਤਰ ਸਫਲਤਾ ਅਸੀਂ ਤੈਨੂੰ ਬਣਾ ਦੇਵਾਂਗੇ, ਮੰਤਰ ਵੀ ਦੇ ਦੇਵਾਂਗੇ, ਪਰ ਇਹਦੇ ਪਿੱਛੇ ਤੈਨੂੰ ਸਾਡਾ ਇੱਕ ਕੰਮ ਕਰਨਾ ਪੈਣਾ ਹੈ। ਲੜਕੇ ਨੇ ਪੁੱਛਿਆ, ਕੰਮ ਕੀ ਕਰਨਾ ਪਵੇਗਾ? ਸੰਤ ਜੀ ਨੇ ਕਿਹਾ, ਭਾਈ ਤੈਨੂੰ ਇੱਕ ਦਿਨ ਹੀ ਸਾਡੇ ਕੋਲ ਰਹਿਣਾ ਪੈਣਾ ਹੈ, ਸਾਡੇ ਕਹੇ ਅਨੁਸਾਰ ਚੱਲਣਾ ਪੈਣਾ ਹੈ। ਉਹ ਲੜਕਾ ਹੁਣ ਸਫਲ ਹੋਣ ਦੇ ਲਈ ਕੁਝ ਵੀ ਕਰ ਸਕਦਾ ਸੀ। ਲੜਕੇ ਨੇ ਕਿਹਾ, ਠੀਕ ਹੈ ਸੰਤ ਜੀ, ਮੈਂ 2 ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਲਈ ਤਿਆਰ ਹਾਂ, ਪਰ ਮੈਨੂੰ ਇਹ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕੀ ਕਰਨਾ ਪਵੇਗਾ। ਸੰਤ ਜੀ ਨੇ ਕਿਹਾ, ਬਸ ਜੋ ਬਾਕੀ ਵਿਦਿਆਰਥੀ ਕਰਨਗੇ ਉਹੀ ਤੈਨੂੰ ਕਰਨਾ ਪੈਣਾ ਹੈ। ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਉੱਠਣਾ ਹੈ। ਉੱਠ ਕੇ ਪਹਿਲਾਂ ਧਿਆਨ ਲਗਾਉਣਾ ਹੈ। ਧਿਆਨ ਲਗਾਉਣ ਤੋਂ ਬਾਅਦ ਇਹ ਸਾਰੇ ਸਰੀਰ ਦੇ ਉੱਤੇ ਤੂੰ ਕੰਮ ਕਰਨੇ ਹਨ, ਭਾਵ ਕਿ ਕੋਈ ਕਸਰਤ ਕਰਨੀ ਹੈ, ਕੋਈ ਯੋਗਾ ਕਰਨਾ ਹੈ। ਫਿਰ ਉਸ ਤੋਂ ਬਾਅਦ ਇਹ ਦਿਨ ਭਰ ਦੇ ਕੰਮ ਕਰਨੇ ਹਨ। ਇਹ ਵਿਦਿਆਰਥੀ ਤੈਨੂੰ ਸਾਰੀ ਗੱਲਬਾਤ ਸਮਝਾ ਦੇਣਗੇ। ਜਿਵੇਂ ਜਿਵੇਂ ਇਹ ਕਰਨਗੇ ਉਦਾਂ ਉਦਾਂ ਤੂੰ ਕਰੀ ਜਾਵੀਂ। ਜੇ ਤੂੰ ਲਗਾਤਾਰ ਇੱਕ ਹੀ ਦਿਨ ਇੱਥੇ ਰਹਿ ਕੇ ਕਰ ਲਵੇਂਗਾ ਤਾਂ ਤੈਨੂੰ ਸਫਲਤਾ ਦਾ ਮੈਂ ਮੰਤਰ ਦੇ ਦੇਵਾਂਗਾ। ਲੜਕੇ ਨੇ ਕਿਹਾ, ਠੀਕ ਹੈ। ਲੜਕੇ ਨੇ ਬਾਕੀ ਵਿਦਿਆਰਥੀਆਂ ਨੂੰ ਪੁੱਛਿਆ ਕਿ ਭਾਈ ਮੈਨੂੰ ਸਾਰੀ ਗੱਲਬਾਤ ਤੇ ਨਿਯਮ ਸਮਝਾ ਦਿਓ। ਲੜਕਿਆਂ ਨੇ ਸਭ ਸਮਝਾ ਦਿੱਤਾ। ਅਗਲੇ ਦਿਨ ਤੋਂ ਜਿਵੇਂ ਬਾਕੀ ਵਿਦਿਆਰਥੀ ਅੰਮ੍ਰਿਤ ਵੇਲੇ ਉੱਠੇ, ਉਹ ਵੀ ਉੱਠ ਪਿਆ। ਉਹਨੇ ਵੀ ਉੱਠ ਕੇ ਪਹਿਲਾਂ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ, ਫਿਰ ਆਪਣੇ ਸਰੀਰ ਦੇ ਲਈ ਕਸਰਤ ਕੀਤੀ, ਸੈਰ ਕੀਤੀ। ਫਿਰ ਦਿਨ ਭਰ ਦੇ ਜੋ ਵੀ ਕੰਮ ਸਨ ਵਿਦਿਆਰਥੀ ਕਰਦੇ, ਉਹ ਸਾਰਾ ਹੀ ਕੀਤਾ। ਉਸੇ ਹੀ ਤਰ੍ਹਾਂ ਬਗੀਚਿਆਂ ਦੇ ਵਿੱਚ ਫੁੱਲਾਂ ਨੂੰ ਪਾਣੀ ਪਾਇਆ। ਫੁੱਲਾਂ ਦੇ ਵਿੱਚ ਜੋ ਵੀ ਸੁੱਕੇ ਪੱਤੇ ਸਨ ਉਹ ਚੁੱਕ ਲਏ। ਹੋਰ ਵੀ ਬਹੁਤ ਸਾਰੇ ਦਿਨ ਭਰ ਦੇ ਵਿੱਚ ਕੰਮ ਕੀਤੇ। ਉਹ ਵਿਦਿਆਰਥੀ ਘੱਟ ਸੌਂਦੇ ਸਨ ਤੇ ਘੱਟ ਹੀ ਖਾਂਦੇ ਸਨ, ਘੱਟ ਹੀ ਬੋਲਦੇ ਸਨ ਤੇ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਹੀ ਰਹਿੰਦੇ ਸਨ, ਭਾਵ ਕਿ ਆਪਣੇ ਆਪ ਨੂੰ ਵਿਹਲਾ ਨਹੀਂ ਸਨ ਰੱਖਦੇ। ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਧਿਆਨ ਲਗਾਉਣਾ, ਇਹ ਉਹਨਾਂ ਦਾ ਪੱਕਾ ਨਿਯਮ ਬਣ ਚੁੱਕਾ ਸੀ। ਕਹਿੰਦੇ ਕਿ ਇਹਨੇ 6 ਦਿਨ ਤੱਕ ਔਖੇ ਸੌਖੇ ਕੰਮ ਕਰ ਲਿਆ, ਪਰ 7ਵੇਂ ਦਿਨ ਇਹਦੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਾ ਗਿਆ। ਇਹ ਲੇਟ ਉੱਠਿਆ ਤੇ ਲੇਟ ਉੱਠਣ ਕਰਕੇ ਬੜਾ ਹੀ ਦੁਖੀ ਹੋਇਆ। ਸੰਤ ਜੀ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ, ਸੰਤ ਜੀ ਮੈਂ ਆਪਣਾ ਸੰਕਲਪ ਪੂਰਾ ਨਹੀਂ ਕਰ ਪਾਇਆ, ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦਿਓਗੇ? ਸੰਤ ਜੀ ਨੇ ਕਿਹਾ, ਨਹੀਂ ਪੁੱਤਰ, ਕੋਈ ਗੱਲ ਨਹੀਂ, ਜੇ ਤੂੰ ਨਹੀਂ ਉੱਠਿਆ ਤੂੰ ਫਿਰ ਅੱਜ ਤੋਂ ਸ਼ੁਰੂ ਕਰ ਲੈ, ਤੈਨੂੰ ਮੰਤਰ ਮੈਂ ਦੇ ਕੇ ਹੀ ਭੇਜਣਾ ਹੈ। ਤੂੰ ਇਹ 6 ਦਿਨ ਜਿਵੇਂ ਕੰਮ ਕੀਤਾ ਹੈ, ਬਸ ਇਸੇ ਤਰ੍ਹਾਂ ਹੀ ਤੂੰ ਅਗਲੇ 21 ਦਿਨ ਕਰ। ਕਹਿੰਦੇ ਕਿ ਉਸ ਲੜਕੇ ਨੇ ਕਿਹਾ, ਸੰਤ ਜੀ ਮੈਂ ਤੁਹਾਡੇ ਅਨੁਸਾਰ ਕੰਮ ਕਰ ਰਿਹਾ ਹਾਂ, ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਜੋ ਕੰਮ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ, ਇਹ ਕਿਉਂ ਕਰਵਾ ਰਹੇ ਹੋ? ਇਹਨੇ ਨਾਲ ਮੇਰੀ ਸਫਲਤਾ ਕਿਵੇਂ ਪੱਕੀ ਹੋ ਜਾਵੇਗੀ? ਤਾਂ ਸੰਤ ਜੀ ਚੁੱਪਚਾਪ ਲੜਕੇ ਦੀਆਂ ਗੱਲਾਂ ਸੁਣਦੇ ਰਹੇ। ਪੁੱਤਰ, ਸਹੀ ਸਮਾਂ ਆਉਣ ਤੇ ਮੈਂ ਤੇਰੇ ਸਾਰੇ ਹੀ ਸਵਾਲਾਂ ਦੇ ਜਵਾਬ ਦੇ ਦੇਵਾਂਗਾ। ਉਹ ਲੜਕੇ ਨੇ ਫਿਰ ਕਿਹਾ, ਚਲੋ ਸੰਤ ਜੀ, ਮੈਨੂੰ ਇੰਨਾ ਕੁ ਤੇ ਦੱਸ ਦਿਓ ਕਿ ਮੇਰੇ ਪਿਤਾ ਜੀ ਨੇ ਮੈਨੂੰ ਸਵੇਰੇ ਜਲਦੀ ਉੱਠਣ ਦੇ ਲਈ ਕਹਿੰਦੇ ਹਨ। ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਅੰਮ੍ਰਿਤ ਵੇਲੇ ਉੱਠਣ ਬਾਰੇ ਸੁਣਿਆ ਹੈ। ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਹੈ? ਸਾਰੇ ਹੀ ਵਿਦਵਾਨ ਪੁਰਖ ਸਫਲ ਬੰਦੇ ਅੰਮ੍ਰਿਤ ਵੇਲੇ ਉੱਠਣ ਤੇ ਇੰਨਾ ਜ਼ੋਰ ਕਿਉਂ ਦਿੰਦੇ ਹਨ? ਤਾਂ ਸੰਤ ਜੀ ਨੇ ਕਿਹਾ, ਪੁੱਤਰ, ਕਿਉਂਕਿ ਇਹ ਵੇਲਾ ਬੜਾ ਪਾਵਰਫੁਲ ਵੇਲਾ ਹੁੰਦਾ ਹੈ। ਸੰਤ ਜੀ ਨੇ ਉਹ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ, ਪੁੱਤਰ, ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਨਾਲ ਰੰਗੀਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਹਨ। ਇਸ ਕਰਕੇ ਇਹ ਵੇਲਾ ਬੜਾ ਪਵਿੱਤਰ ਹੋ ਜਾਂਦਾ ਹੈ। ਇਸ ਵੇਲੇ ਦੀ ਪਾਵਰ ਬਹੁਤ ਵੱਧ ਜਾਂਦੀ ਹੈ। ਇਸ ਵੇਲੇ ਦੇ ਵਿੱਚ ਨੈਗੇਟਿਵ એનર્ਜੀ ਦਾ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ। ਇਸ ਵੇਲੇ ਦੇ ਵਿੱਚ ਸਾਡੇ ਆਸ-ਪਾਸ ਪੋਜ਼ਿਟਿਵ ਦਾ ਪਸਾਰਾ ਹੋ ਜਾਂਦਾ ਹੈ ਅਤੇ ਸਵੇਰੇ ਸਵੇਰੇ ਜਦੋਂ ਆਪਾਂ ਉੱਠਦੇ ਹਾਂ, ਆਪਣਾ ਤਨ ਅਤੇ ਮਨ ਇਸ ਵੇਲੇ ਦੇ ਵਿੱਚ ਨੈਗੇਟਿਵ એનર્ਜੀ ਦਾ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ। ਇਸ ਵੇਲੇ ਦੇ ਵਿੱਚ ਸਾਡੇ ਆਸ-ਪਾਸ ਪੋਜ਼ਿਟਿਵ એનર્ਜੀ ਹੁੰਦੀ ਹੈ
ਤੇ ਸਵੇਰੇ ਜਦੋਂ ਆਪਾਂ ਉੱਠਦੇ ਹਾਂ ਤੇ ਆਪਣਾ ਤਨ ਮਨ ਰਾਤ ਦੀ ਨੀਂਦ ਤੋਂ ਬਾਅਦ ਆਰਾਮ ਵਿੱਚ ਹੁੰਦਾ ਹੈ। ਸਾਡਾ ਤਨ ਆਰਾਮ 'ਚ ਹੁੰਦਾ ਹੈ ਤੇ ਮਨ ਸਾਡਾ ਇੱਕਦਮ ਖਾਲੀ ਹੁੰਦਾ ਹੈ। ਇਸ ਕਰਕੇ ਜਦੋਂ ਆਪਾਂ ਸਵੇਰੇ ਉੱਠ ਕੇ ਕੋਈ ਵੀ ਕੰਮ ਕਰਦੇ ਹਾਂ ਤਾਂ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਾਂ, ਜਿਵੇਂ ਕਿ ਪਰਮਾਤਮਾ ਦਾ ਧਿਆਨ ਲਗਾਉਣਾ। ਪੜ੍ਹਨ ਵਾਲੇ ਬੱਚੇ ਪੜ੍ਹਾਈ ਕਰਦੇ ਹਨ ਤਾਂ ਇਹ ਸਵੇਰ ਦਾ ਸਮਾਂ ਜਿਹੜਾ ਹੈ ਇਹ ਬੜਾ ਹੀ ਵਧੀਆ ਹੋ ਜਾਂਦਾ ਹੈ। ਅਤੇ ਸਵੇਰ ਦਾ ਵੇਲਾ ਵੈਸੇ ਵੀ ਸ਼ੁੱਧ ਹਵਾ ਵਾਲਾ ਹੁੰਦਾ ਹੈ, ਸਾਫ਼ ਵਾਤਾਵਰਣ ਹੁੰਦਾ ਹੈ। ਇਸ ਵਾਤਾਵਰਣ ਦੇ ਵਿੱਚ ਸਾਹ ਲੈਣ ਦੀ ਬੜੀ ਹੀ ਚੰਗੀ ਹੁੰਦੀ ਹੈ ਸਿਹਤ ਲਈ। ਇਸ ਸਮੇਂ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਨਹੀਂ ਹੁੰਦਾ, ਇਸ ਲਈ ਨੈਗੇਟਿਵ ਐਨਰਜੀ ਦਾ ਪ੍ਰਭਾਵ ਵੀ ਨਹੀਂ ਵੱਧਦਾ। ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣੇ ਦਿਨ ਵਿੱਚ ਸ਼ੁਰੂ ਹੋ ਜਾਂਦੇ ਹਨ। ਇਸ ਵੇਲੇ ਸਾਡਾ ਮਨ ਬਿਲਕੁਲ ਸਾਫ਼ ਹੁੰਦਾ ਹੈ ਤੇ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਉਸ ਲੜਕੇ ਨੇ ਕਿਹਾ, ਸੰਤ ਜੀ ਹੁਣ ਮੈਂ ਅੰਮ੍ਰਿਤ ਵੇਲੇ ਦੇ ਫਾਇਦੇ ਸਮਝ ਗਿਆ ਹਾਂ। ਹੁਣ ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਅੰਮ੍ਰਿਤ ਵੇਲੇ ਉੱਠਾਂ। ਅਗਲੇ ਦਿਨ ਤੋਂ ਪੂਰੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਅੰਮ੍ਰਿਤ ਵੇਲੇ ਉਸਨੇ ਉੱਠਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਨੂੰ ਮੰਨਣਾ ਹੀ ਸ਼ੁਰੂ ਕਰ ਦਿੱਤਾ। ਜੋ ਸੰਤ ਜੀ ਨੇ ਗੱਲਾਂ ਸਮਝਾਈਆਂ ਉਹ ਗੱਲਾਂ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੱਚਮੁੱਚ ਅੰਮ੍ਰਿਤ ਵੇਲੇ ਪਰਮਾਤਮਾ ਦਾ ਧਿਆਨ ਲਗਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਸਾਨੂੰ ਕਿੰਨੀ ਊਰਜਾ ਮਿਲਦੀ ਹੈ। ਸੈਰ ਕਸਰਤ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਤਰ੍ਹਾਂ ਹੀ 21 ਦਿਨ ਪੂਰੇ ਕਰ ਲਏ ਤੇ ਉਸਨੇ ਕਿਹਾ ਕਿ ਸੰਤ ਜੀ ਮੈਂ ਤੁਹਾਡੇ ਦੱਸੇ ਅਨੁਸਾਰ 2 ਦਿਨ ਲਗਾਤਾਰ ਜੋ ਵੀ ਤੁਸੀਂ ਕਿਹਾ ਹੈ ਬੜਾ ਹੀ ਮੈਂ ਚੰਗੀ ਤਰ੍ਹਾਂ ਦੇ ਨਾਲ ਕੀਤਾ ਹੈ ਤੇ ਮੈਨੂੰ ਮੇਰੀ ਸਫਲਤਾ ਦਾ ਹੁਣ ਮੰਤਰ ਦੱਸ ਦਿਓ। ਸੰਤ ਜੀ ਨੇ ਕਿਹਾ, ਪੁੱਤਰ ਇਹੀ ਤਾਂ ਤੇਰੀ ਸਫਲਤਾ ਦਾ ਮੰਤਰ ਸੀ। ਸਾਡੀ ਸਫਲਤਾ ਦਾ ਮੰਤਰ ਸਾਡਾ ਤੰਦਰੁਸਤ ਨਰੋਆ ਸਰੀਰ, ਮਨ, ਤਨ ਤੰਦਰੁਸਤ ਨਰੋਆ ਸਭ ਕੁਝ ਹੈ। ਅਸੀਂ ਹਰ ਕੰਮ ਨੂੰ ਫਿਰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਾਂ। ਹਰ ਕੰਮ ਦੇ ਵਿੱਚ ਪੂਰੀ ਮਿਹਨਤ ਲਗਾਉਂਦੇ ਹਾਂ। ਆਲਸ ਸਾਡੇ ਤੋਂ ਦੂਰ ਹੋ ਜਾਂਦਾ ਹੈ ਤੇ ਜਿਹੜਾ ਵੀ ਕਦੇ ਲੇਟ ਉੱਠਦਾ ਹੈ ਉਹ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ ਉਹਨਾਂ ਦੇ ਉੱਪਰ ਪਰਮਾਤਮਾ ਜੀ ਦੀਆਂ ਸਾਰੀਆਂ ਬਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਅਸੀਂ ਵੀ ਦੀਵਾਲੀ ਦੇ ਪਵਿੱਤਰ ਤਿਉਹਾਰ ਤੋਂ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਈਏ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।